ਕਿਸਾਨਾਂ ਦਾ ਜਿਹੜਾ ਬਿਹੇਵੀਅਰ ਰਿਹਾ ਹੈ, ਜਿਹਦੇ 'ਚ ਖਾਸ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਹੈ, ਉਹ ਬੜਾ ਜ਼ਿੰਮੇਵਾਰੀ ਵਾਲਾ ਰਿਹਾ ਹੈ। ਮੋਦੀ ਦੀ ਸਰਕਾਰ ਅਗਰ ਇਹ ਸਮਝਦੀ ਆ ਵੀ ਉਹ ਲੋਕਤੰਤਰਿਕ ਸਰਕਾਰ ਹੈ ਤੇ ਉਹਨਾਂ ਨੂੰ ਕਿਸਾਨਾਂ ਦੀਆਂ ਹੁਣ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਇਹ ਜਿਹੜਾ ਅੰਦੋਲਨ ਆ ਤੁਹਾਨੂੰ ਲੱਗ ਰਿਹਾ ਕਿ ਜਿੱਤ ਵੱਲ ਜਾ ਰਿਹਾ ਹੈ? ਨਹੀਂ, ਸਭਾ ਦੇਖੋ, ਇਹ ਗੱਲ ਜਿੱਤ ਜਾਂ ਹਾਰ ਦੀ ਨਹੀਂ ਆ। ਕੇਂਦਰ ਦੇ ਮੰਤਰੀ ਦਾ ਬਿਆਨ ਆਉਂਦਾ ਸੋਮ ਪ੍ਰਕਾਸ਼ ਦਾ ਵੀ ਜੇ ਅਸੀਂ 370 ਖਤਮ ਕਰ ਸਕਦੇ ਤਾਂ ਯੂਨੀਵਰਸਿਟੀ ਸੈਨੇਟ ਕਿੰਨੀ ਕੁ ਵੱਡੀ ਚੀਜ਼ ਹੈ। ਔਰ ਜਿਹੜੀਆਂ ਸੋ ਕਾਲ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ ਸਟੇਟ 'ਚ ਹੈ, ਚਾਹੇ ਉਹ ਦਿੱਲੀ 'ਚ ਹੈਗੀਆਂ ਨੇ, ਚਾਹੇ ਉਹ ਕੇਂਦਰ ਸਰਕਾਰ ਹੈਗੀ ਹੈ, ਅੱਜ ਉਹਨਾਂ ਦੇ ਹਾਲਾਤ ਇਹ ਹੋ ਗਏ ਨੇ ਵੀ ਉਹਨਾਂ ਨੂੰ ਮਜਬੂਰੀ ਬਸ ਕਿਸਾਨ ਅੰਦੋਲਨ ਦੀ ਲਹਿਰ ਤੋਂ ਹਟ ਕੇ ਚੋਰ ਰਸਤਿਆਂ ਦੇ ਰਾਹੀਂ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਤੁਸੀਂ ਜਿਹੜੀ ਲੜਾਈ ਹੈ ਉਹ ਆਪਣੀ ਲੜਾਈ ਆਪ ਲੜੋ। ਕਿਸੇ ਵੀ ਸੋ ਕਾਲਡ ਪਾਰਟੀ ਨੂੰ ਤੁਸੀਂ ਆਪਣੇ ਹੱਥ ਨਾ ਦਿਓ। ਰਮਾਇਣ ਦੇ ਵਿੱਚ ਰਾਮ ਨੇ ਕੋਈ ਲੜਾਈ ਜਿੱਤੀ ਸੀ, ਘੱਟ ਗਿਆਨੀ ਘੱਟ ਯੋਧਾ ਹੋਣ ਦੇ ਬਾਵਜੂਦ ਵੀ ਉਹ ਇਸ ਕਰਕੇ ਜਿੱਤੀ ਸੀ ਵੀ ਉਹਦਾ ਭਰਾ ਉਹਦੇ ਨਾਲ ਸੀ। ਨੌਜਵਾਨ ਪੀੜ੍ਹੀ ਨੇ ਇਹ ਫਲਸਫਾ ਖਤਮ ਕਰ ਦਿੱਤਾ ਹੈ। ਅਸੀਂ ਨਸ਼ੇੜੀ ਨਹੀਂ, ਅਸੀਂ ਹਰੀ ਸਿੰਘ ਨਲੂਏ ਦੀ ਔਲਾਦ ਹਾਂ। ਅਸੀਂ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੇ ਵਾਰਿਸ ਹਾਂ। ਸਤਿ ਸ਼੍ਰੀ ਅਕਾਲ ਜੀ। ਚਾਰ ਚ ਬਣੇ। ਮੈਂ ਤੁਹਾਡਾ ਆਪਣਾ ਸੁਖ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅਸੀਂ ਇਸ ਵਕਤ ਪਹੁੰਚੇ ਹਾਂ ਜੀ ਸਿੰਘੂ ਬਾਰਡਰ ਤੇ, ਜਿਹਨੂੰ ਕੁੰਡਲੀ ਵੀ ਕਿਹਾ ਜਾਂਦਾ ਆ। ਦਿੱਲੀ ਦੇ ਬਿਲਕੁਲ ਹੱਦ ਤੇ ਇਹ ਬਾਰਡਰ ਪੈਂਦਾ ਆ। ਸਾਡੇ ਨਾਲ ਜਿਹੜੇ ਨੌਜਵਾਨ ਆਗੂ ਨੇ, ਬੀਜੇਪੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਪਿਛਲੇ ਦਿਨੀ, ਉਹ ਵੀ ਸਾਡੇ ਨਾਲ ਪਹੁੰਚੇ ਨੇ। ਸੰਘਾ ਸਾਹਿਬ ਨੇ ਮੋਗੇ ਤੋਂ, ਜਿਹੜੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ, ਔਰ ਸਾਡੇ ਵੀਰ ਜੀ ਸਰਪੰਚ ਸਾਹਿਬ ਨੇ ਰੋਪੜ ਤੋਂ। ਆਪਾਂ ਗੱਲਬਾਤ ਕਰਾਂਗੇ ਇਹ ਕਿਸਾਨੀ ਮੁੱਦੇ ਤੇ ਜਿਹੜਾ ਅੱਜ ਚੱਲ ਰਿਹਾ ਪੂਰਾ ਜ਼ੋਰਾਂ ਤੇ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ। ਵੀਰ ਜੀ ਕੀ ਨਾਮ ਆਪਣਾ? ਮਲਵਿੰਦਰ ਸਿੰਘ ਕਾਂਗੇ ਜੀ। ਕਿੱਥੋਂ ਬਿਲੋਂਗ ਕਰਦੇ? ਮੈਂ ਮੋਹਾਲੀ ਤੋਂ। ਮੋਹਾਲੀ ਤੋਂ ਜੀ। ਜਿਹੜਾ ਕਿਸਾਨੀ ਘੋਲ ਚੱਲ ਰਿਹਾ ਜੀ, ਅੱਜ ਕਿਸਾਨ ਜਿਹੜੇ ਸੜਕਾਂ ਦੇ ਉੱਪਰ ਨੇ, ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਇਹ ਸੰਘਰਸ਼ ਹੈ, ਕਿੱਧਰ ਨੂੰ ਜਾ ਰਿਹਾ, ਕਿਸ ਮੁਕਾਮ ਤੇ ਪਹੁੰਚੇਗਾ ਇਹ? ਦੇਖੋ, ਗੱਲ ਇਹ ਆ ਵੀ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਤੇ ਜਗ ਜ਼ਾਹਿਰ ਹੋ ਗਿਆ ਹੈ ਜੀ। ਲੇਕਿਨ ਕਿਸਾਨਾਂ ਨੇ ਜਿਸ ਤਰੀਕੇ ਨਾਲ ਪਿਛਲੇ 3 ਮਹੀਨਿਆਂ ਤੋਂ ਇਸ ਐਜੀਟੇਸ਼ਨ ਨੂੰ, ਇਸ ਅੰਦੋਲਨ ਨੂੰ, ਜਿਸ ਲੋਕਸ਼ਾਹੀ ਨਾਲ ਸ਼ਾਂਤੀਪੂਰਵਕ ਔਰ ਡੈਮੋਕ੍ਰੈਟਿਕ ਤਰੀਕੇ ਨਾਲ ਲੋਕਾਂ ਦੀ ਆਵਾਜ਼ ਬਣਾਈ ਹੈ, ਉਹਦਾ ਸਬੂਤ ਹੈ ਅੱਜ 4 ਚੁਫੇਰੇ ਦਿੱਲੀ ਦੇ, ਪੰਜਾਬ, ਹਰਿਆਣਾ ਤੇ ਬਾਕੀ ਸੂਬਿਆਂ ਦੇ ਕਿਸਾਨ ਆ ਕੇ ਬੈਠੇ ਆ। ਗੱਲ ਇਹ ਆ ਵੀ ਕਿਸਾਨਾਂ ਦੀ ਜਿਹੜੀ ਮੰਗ ਹੈ ਉਹਨੂੰ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ। ਹਜੇ ਤੱਕ ਤੇ ਉਹ ਇਸ ਗੱਲ ਨੂੰ ਹੀ ਸਮਝਣ ਨੂੰ ਤਿਆਰ ਨਹੀਂ ਸੀ। ਕਦੀ ਉਹ ਕਿਸਾਨਾਂ ਨੂੰ ਗੁੰਮਰਾਹ ਕਹਿ ਰਹੇ ਸੀ, ਕਦੀ ਕਾਂਗਰਸੀ ਕਹਿ ਰਹੇ ਸੀ, ਕਦੀ ਕਮਿਊਨਿਸਟ ਕਹਿ ਰਹੇ ਸੀ। ਕਿਸਾਨਾਂ ਨੇ ਇਸ ਸੂਝ-ਬੂਝ ਦਾ ਔਰ ਇੱਕ ਜਾਇਜ਼ ਮੰਗਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਇਹ ਐਜੀਟੇਸ਼ਨ ਚਲਾਇਆ ਹੈ, ਭਾਰਤ ਦੀ ਸਰਕਾਰ ਨੂੰ ਹੁਣ ਇਸ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਔਰ ਇਸ ਜਿਹੜਾ ਇਹ ਬਣਿਆ ਹੋਇਆ ਲੜਾਈ ਉਹਨੂੰ ਖਤਮ ਕਰਨਾ ਚਾਹੀਦਾ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਜੀ। ਇਹ ਤੁਹਾਨੂੰ ਨਹੀਂ ਲੱਗਦਾ ਮੋਦੀ ਸਰਕਾਰ ਜਿਹੜੇ ਇਹ ਡਾਂਗ ਨਾਲ ਜਿਹੜਾ ਕਿਸਾਨਾਂ ਨੂੰ ਅੱਗੋਂ ਰੋਕ ਰਹੀ ਹੈ, ਡਾਂਗਾਂ ਭਰਾ ਰਹੀ ਹੈ? ਕੱਲ ਜਿਹੜੇ ਕਿਸਾਨ ਉਹ ਫੱਟੜ ਵੀ ਹੋਏ ਨੇ, ਅਥਰੂ ਗੋਲੇ ਸੁੱਟੇ ਜਾ ਰਹੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਦੇਖੋ, ਸਰਕਾਰ ਤੇ ਪਹਿਲੇ ਦਿਨ ਤੋਂ, ਚਾਹੇ ਉਹ ਹਰਿਆਣੇ ਦੀ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਉਹਦਾ ਜਿਹੜਾ ਰਵੱਈਆ ਰਿਹਾ, ਜਿਹੜਾ ਉਹਦਾ ਵਿਵਹਾਰ ਰਿਹਾ ਹੈ, ਬਿਹੇਵ ਰਿਹਾ ਹੈ, ਉਹ ਤੇ ਡੈਮੋਕ੍ਰੇਸੀ ਦੇ ਬਿਲਕੁਲ ਉਲਟ ਰਿਹਾ ਹੈ। ਲੇਕਿਨ ਕਿਸਾਨਾਂ ਦਾ ਜਿਹੜਾ ਬਿਹੇਵੀਅਰ ਰਿਹਾ ਹੈ, ਜਿਹਦੇ 'ਚ ਖਾਸ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਹੈ, ਉਹ ਬੜਾ ਜ਼ਿੰਮੇਵਾਰੀ ਵਾਲਾ ਰਿਹਾ ਹੈ। ਜੇ ਪੰਜਾਬ ਦੇ ਲੋਕਾਂ ਨੂੰ ਔਰ ਹਰਿਆਣੇ ਦੇ ਲੋਕਾਂ ਨੂੰ ਲੱਗਦਾ ਆ ਵੀ ਸਾਡੀ ਹੋਂਦ ਦੀ ਲੜਾਈ ਆ, ਸਾਡੀ ਕਿਸਾਨੀ ਖਤਮ ਹੋ ਜਾਊਗੀ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਤੇ ਇਹਦਾ ਇਫੈਕਟ ਪਊਗਾ, ਤੇ ਸਰਕਾਰਾਂ ਹਮੇਸ਼ਾ ਲੋਕਾਂ ਵਾਸਤੇ ਬਣਦੀਆਂ। ਸਰਕਾਰਾਂ ਦੀ ਜਵਾਬਦੇਹੀ ਲੋਕਾਂ ਤਾਂ ਹੀ ਹੁੰਦੀ ਆ, ਲੋਕ ਸਰਕਾਰਾਂ ਬਣਾਉਂਦੇ ਆ। ਮੋਦੀ ਦੀ ਸਰਕਾਰ ਅਗਰ ਇਹ ਸਮਝਦੀ ਆ ਵੀ ਉਹ ਲੋਕਤੰਤਰਿਕ ਸਰਕਾਰ ਹੈ ਤੇ ਉਹਨਾਂ ਨੂੰ ਕਿਸਾਨਾਂ ਦੀਆਂ ਹੁਣ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਜੀ। ਇਹ ਪੰਜਾਬ ਦਾ ਕਿਸਾਨ ਆ, ਇਹ ਕੋਈ ਪਾਕਿਸਤਾਨ ਤੋਂ ਆਇਆ ਨਹੀਂਗਾ ਵੀ ਉਹਨੂੰ ਵੀਜ਼ਾ ਲੈਣ ਵਾਸਤੇ ਦਿੱਲੀ ਦੇ ਵਿੱਚ ਐਂਟਰ ਕਰਨਾ ਪਊ। ਕੀ ਕਹਿਣਾ ਚਾਹੁੰਦੇ? ਦੇਖੋ, ਉਹ ਤੇ ਮੈਂ ਕਿਹਾ ਨਾ, ਜਿਸ ਤਰ੍ਹਾਂ ਖੱਟੜ ਸਰਕਾਰ ਦਾ ਜਿਹੜਾ ਰਵੱਈਆ ਰਿਹਾ ਹੈ, ਤੇ ਫਿਰ ਹਾਲਾਂਕਿ ਹਰਿਆਣੇ ਦੇ ਲੋਕਾਂ ਨੇ, ਚਾਹੇ ਉਹ ਪੁਲਿਸ ਦੇ ਕਰਮਚਾਰੀ ਵੀ ਸੀ, ਉਹਨਾਂ ਨੇ ਬੜਾ ਸਹਿਯੋਗ ਕੀਤਾ ਹੈ। ਲੇਕਿਨ ਭਾਜਪਾ ਦੀ ਸਰਕਾਰ ਦਾ ਜਿਹੜਾ ਵਤੀਰਾ ਰਿਹਾ ਉਹ ਤੇ ਐਂਟੀ ਡੈਮੋਕ੍ਰੈਟਿਕ ਰਿਹਾ ਹੈ। ਇਹ ਤੇ ਇਹਨਾਂ ਦਾ ਇੱਕ ਨੈਸ਼ਨਲ ਮੀਡੀਆ ਦਾ ਕੁਝ ਹਿੱਸਾ
ਔਰ ਇਹਨਾਂ ਦਾ ਆਈਟੀ ਸੈੱਲ ਪਿਛਲੇ 3 ਮਹੀਨਿਆਂ ਤੋਂ ਬਦਨਾਮ ਕਰਨਾ ਚਾਹ ਰਿਹਾ ਕਿਸਾਨਾਂ ਨੂੰ। ਕਦੀ ਪਾਕਿਸਤਾਨੀ ਅਰਬਨ ਨਕਸਲ, ਇਹ ਕਮਿਊਨਿਸਟ, ਕਾਂਗਰਸੀ, ਕਦੀ ਕਿਸੇ ਧੜੇ ਨਾਲ ਜੋੜਨਾ। ਲੇਕਿਨ ਕਿਸਾਨਾਂ ਦੀ ਲੜਾਈ ਨੇ ਦਿਖਾਤਾ ਹੈ, ਸ਼ਾਂਤੀਪੂਰਵਕ ਲੜਾਈ ਨੇ, ਕਿ ਇਹ ਸਾਡੀਆਂ ਜਾਇਜ਼ ਮੰਗਾਂ ਹੈ, ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੀ ਭਵਿੱਖ ਦੀ ਗੱਲ ਹੈ, ਸਾਡੇ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਦੀ ਗੱਲ ਹੈ। ਇਸ ਕਰਕੇ ਅਸੀਂ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ, ਲੋਕਸ਼ਾਹੀ ਤਰੀਕੇ ਨਾਲ ਆਪਣੀਆਂ ਮੰਗਾਂ ਰੱਖ ਰਹੇ ਹਾਂ ਜੀ। ਇਹ ਜਿਹੜਾ ਅੰਦੋਲਨ ਆ, ਤੁਹਾਨੂੰ ਲੱਗ ਰਿਹਾ ਕਿ ਜਿੱਤ ਵੱਲ ਜਾ ਰਿਹਾ? ਨਹੀਂ, ਸਭਾ ਦੇਖੋ, ਇਹ ਗੱਲ ਜਿੱਤ ਜਾਂ ਹਾਰ ਦੀ ਨਹੀਂ ਆ, ਜੀ ਇਹ ਕਿਸੇ ਨੂੰ ਝੁਕਾਉਣ ਦੀ ਜਾਂ ਖੜਾ ਕਰਨ ਦੀ ਨਹੀਂ ਆ। ਗੱਲ ਇਹ ਆ ਵੀ ਜਿਹੜੀਆਂ ਜਨਤਾ, ਜਿਹੜੇ ਕਿਸਾਨ ਹੈ, ਜੀ ਉਹ ਪਿਛਲੇ 3 ਮਹੀਨੇ ਤੋਂ ਕਿਉਂ ਆ ਸੜਕਾਂ ਤੇ? ਸਰਕਾਰ ਨੂੰ ਇਹ ਸਮਝਣਾ ਚਾਹੀਦਾ। ਜੀ ਬਿਲਕੁਲ। ਜਿਹੜੇ ਐਂਟੀ ਫਾਰਮਰ ਬਿੱਲ ਲੈ ਕੇ ਆਂਦੇ ਆ, ਹੁਣ ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ, ਜਾਂ ਜਿਹੜੀ ਉਹਦੀ ਅਮੈਂਡਮੈਂਟ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਉਹ ਕਰ ਲੈਣੀਆਂ ਚਾਹੀਦੀਆਂ। ਇਹ ਜਿੱਤ ਹਾਰ ਦੀ ਗੱਲ ਨਹੀਂ ਆ। ਸਰਕਾਰ ਦੀ ਸਭ ਤੋਂ ਅਗਰ ਪ੍ਰਾਇੋਰਟੀ ਆ, ਉਹ ਲੋਕਾਂ ਦੇ ਪ੍ਰਤੀ ਜਵਾਬਦੇਹੀ ਬਣਦੀ ਆ। ਤੇ ਜਦੋਂ ਲੋਕ ਚਾਹੁੰਦੇ ਨਹੀਂ ਇਹ ਬਿੱਲਾਂ ਨੂੰ ਐਕਸੈਪਟ ਕਰਨਾ, ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਐਂਟੀ ਫਾਰਮਰ ਬਿੱਲ ਹੈ, ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਆਉਣ ਵਾਲੀਆਂ ਜਨਰੇਸ਼ਨਾਂ ਦੀ ਖੇਤੀ ਖਤਮ ਕਰ ਦੇਣਗੀਆਂ, ਬਜਾਏ ਇਹਨਾਂ ਨੂੰ ਥੋਪਣ ਦੇ ਕਿਸਾਨਾਂ ਦੇ ਹੋਰ ਜਿਹੜੇ ਰਿਫਾਰਮਸ ਕਰਨ ਵਾਲੇ ਆ, ਕਿਸਾਨ ਦੀ ਆਮਦਨ ਕਿਸ ਤਰ੍ਹਾਂ ਵਧੇ, ਐਮਐਸਪੀ ਕਿਸ ਤਰ੍ਹਾਂ ਵਧਾਈ ਜਾ ਸਕੇ, ਐਮਐਸਪੀ ਨੂੰ ਲੀਗਲਾਈਜ਼ ਕਿਸ ਤਰ੍ਹਾਂ ਕੀਤਾ ਜਾ ਸਕੇ। ਔਰ ਇਸ ਤੋਂ ਵੀ ਇਲਾਵਾ ਜਿਹੜੀ ਗਿੱਲ ਸਾਹਿਬ ਸਭ ਤੋਂ ਜ਼ਰੂਰੀ ਗੱਲ ਹੈ, ਇਸ ਬਿੱਲਾਂ ਦੇ ਰਾਹੀਂ ਜਿਸ ਤਰੀਕੇ ਨਾਲ ਸਟੇਟਾਂ ਦੇ ਅਧਿਕਾਰਾਂ ਤੇ ਸੱਟ ਮਾਰੀ ਗਈ ਆ, ਉਹ ਬਹੁਤ ਵੱਡਾ ਘਾਤਕ, ਆਉਣ ਵਾਲੇ ਟਾਈਮ 'ਚ ਘਾਤਕ ਗੱਲ ਹੋ ਸਕਦੀ ਆ। ਲੇਕਿਨ ਕਿਸਾਨਾਂ ਨੇ ਉਸ ਚੀਜ਼ ਨੂੰ ਵੀ ਸਾਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਵੀ ਫੈਡਰਲ ਸਟਰਕਚਰ ਤੇ ਵੀ ਕਿਸੇ ਤਰ੍ਹਾਂ ਦੀ ਅਸੀਂ ਚੋਟ ਨਹੀਂ ਪਹੁੰਚਾਉਣ ਦੇਵਾਂਗੇ। ਜੀ ਸਾਡੇ ਨਾਲ ਸੰਘਾ ਸਾਹਿਬ ਨੇ ਮੋਗਾ ਤੋਂ ਪਹੁੰਚੇ ਹੋਏ। ਸੰਘਾ ਸਾਹਿਬ, ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਭਾਜਪਾ ਸਰਕਾਰ ਦੇ ਜਿਹੜੇ ਗਰੇਵਾਲ ਸਾਹਿਬ ਨੇ, ਕਿਸਾਨਾਂ ਤੇ ਬਹੁਤ ਟਿੱਪਣੀਆਂ ਕੀਤੀਆਂ ਨੇ, ਬਹੁਤ ਮੰਦਭਾਗੀ ਜਿਹੜੇ ਉਹਨਾਂ ਨੇ ਸ਼ਬਦਾਵਲੀ ਆਪਣੀ ਵਰਤੀ ਹੈ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੋ ਗਰੇਵਾਲ ਸਾਹਿਬ ਨੇ ਬੋਲਿਆ। ਉਸ ਤੋਂ ਪਹਿਲਾਂ ਵੀ ਇਹਨਾਂ ਦੇ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਹੈ, JP ਨੱਡਾ ਜੀ, ਉਹ ਵੀ ਕਹਿ ਰਹੇ ਸੀਗੇ ਕਿ ਵੀ ਜਿਹੜਾ ਕਿਸਾਨਾਂ ਨੂੰ ਕੋਈ ਜਿਹੜੇ ਇਹਦੇ 'ਚ ਨੈਕਸਲਾਈਟ ਬੈਠੇ ਆ, ਕਦੇ ਅੱਤਵਾਦੀ ਕਿਹਾ ਜਾ ਰਿਹਾ ਸੀ। ਉਸ ਤੋਂ ਬਾਅਦ ਜਦੋਂ ਬਿਹਾਰ ਦਾ ਰਿਜ਼ਲਟ ਆਉਂਦਾ, ਉਦੋਂ ਬਹੁਤ ਹੀ ਸ਼ਰਮਨਾਕ ਬਿਆਨ ਤਰਨ ਚੁੱਗ ਦਾ ਆਉਂਦਾ ਕਿ ਵੀ ਇਹ ਕਿਸਾਨਾਂ ਦੇ ਅੰਦੋਲਨ ਤੇ ਦੇ ਮੂੰਹ ਤੇ ਇੱਕ ਚਪੇੜ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ, BJP ਨੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਉਲਟ, ਖਾਸ ਕਰਕੇ ਕਿਸਾਨ ਵਰਗ, ਮਜ਼ਦੂਰ ਵਰਗ ਦੇ ਉਲਟ ਇਹਨਾਂ ਦੀਆਂ ਪਾਲਿਸੀਆਂ ਸ਼ੁਰੂ ਤੋਂ ਹੀ ਰਹੀਆਂ। ਜੀ, ਇਹ BJP ਤਾਂ ਕਹਿ ਰਹੀ ਵੀ ਪੰਜਾਬ ਦੇ ਵਿੱਚ 117 ਸੀਟਾਂ ਤੋਂ ਅਸੀਂ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ ਵੀ, ਕਿਵੇਂ ਦੇਖਦੇ ਹੋ? ਦੇਖੋ, ਇਲੈਕਸ਼ਨ, ਹਰੇਕ ਚੀਜ਼ ਨੂੰ ਇਲੈਕਸ਼ਨ ਦੇ ਨਾਲ ਨਹੀਂ ਮੈਂ ਸਮਝਦਾ ਰਲਾਉਣਾ ਚਾਹੀਦਾ ਗਾ। ਉਹ ਤਾਂ ਚਲੋ 2022 ਦੇ ਵਿੱਚ ਜਦੋਂ ਸਮਾਂ ਆਊਗਾ ਲੋਕ ਦੱਸ ਦੇਣਗੇ, ਪੰਜਾਬ ਦੇ ਲੋਕ ਦੱਸ ਦੇਣਗੇ। ਪਰ ਸਭ ਤੋਂ ਵੱਡੀ ਗੱਲ ਜਿਹੜੀ BJP ਪਾੜਾ ਅੱਜ ਪਾ ਰਹੀ ਹੈ, ਜਿਹੜੀ ਪੋਲਰਾਈਜੇਸ਼ਨ ਕਰ ਰਹੀ ਹੈ। ਜੇ ਯੂਪੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਸਰਕਾਰ ਬਣਾਉਣ ਦਾ ਮਕਸਦ ਇਹਨਾਂ ਦਾ ਸੀ, ਉੱਥੇ ਮਾਈਨੋਰਿਟੀਜ਼ ਨੂੰ ਦਬਾਇਆ, ਉੱਥੇ ਮੁਸਲਿਮ ਕਮਿਊਨਿਟੀ ਨੂੰ ਦਬਾਇਆ। ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕੀਤੀ। ਸਾਡੇ ਨਾਲ ਕੰਗ ਸਾਹਿਬ ਮੇਰੇ ਭਰਾ ਨੇ, ਇਹਨਾਂ ਨੂੰ ਪਤਾ 1882 ਦੀ ਜਿਹੜੀ ਸੈਨੇਟ ਹੈ ਉਹਨੂੰ ਅੱਜ ਖਤਮ ਕਰਨ ਦੇ ਲਈ ਇਹ ਚੱਲ ਪਈ ਹੈਗੀ ਹੈ। ਪੰਜਾਬ ਦੀ ਯੂਨੀਵਰਸਿਟੀ ਪੰਜਾਬ ਤੋਂ ਖੋਹਣ ਦੇ ਲਈ ਚੱਲ ਪਈ ਹੈ। ਦੇਖੋ, ਇਸ ਜਿਹੜਾ ਔਰ ਇਸ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਇੱਕ ਇਹਨਾਂ ਦੇ ਕੇਂਦਰ ਦੇ ਮੰਤਰੀ ਦਾ ਬਿਆਨ ਆਉਂਦਾ ਹੈ, ਸੋਮ ਪ੍ਰਕਾਸ਼ ਦਾ, ਵੀ ਜੇ ਅਸੀਂ 370 ਖਤਮ ਕਰ ਸਕਦੇ ਹਾਂ ਤਾਂ ਯੂਨੀਵਰਸਿਟੀ ਸੈਨੇਟ ਕਿੰਨੀ ਕੁ ਵੱਡੀ ਚੀਜ਼ ਹੈ। ਸੋ ਪੰਜਾਬ ਇੱਕ ਉਹ ਸੂਬਾ ਸੀ ਔਰ ਪੰਜਾਬੀ ਉਹ ਮਾਰਸ਼ਲ ਕੌਮ ਹੈ ਜਿਹੜੀ ਦਬ ਨਹੀਂ ਸੀ ਸਕਦੀ। ਸੋ ਇਹਨਾਂ ਨੇ ਕਿਤੇ ਨਾ ਕਿਤੇ ਮਾਈਨੋਰਿਟੀਜ਼ ਨੂੰ ਦਬਾ ਕੇ, ਪੋਲਰਾਈਜੇਸ਼ਨ ਕਰਕੇ, ਜਿਵੇਂ ਯੂਪੀ 'ਚ ਸਰਕਾਰਾਂ ਚਲਾ ਲਈਆਂ, ਬਿਹਾਰ 'ਚ ਚਲਾ ਲਈਆਂ, ਪੰਜਾਬ 'ਚ ਕਰਨਾ ਚਾਹੁੰਦੇ ਸੀ, ਪਰ ਇਹਨਾਂ ਨੂੰ ਪਤਾ ਲੱਗ ਚੁੱਕਾ। ਜੀ, ਇਹ ਕਿਸਾਨ ਜਿਹੜਾ ਇਸ ਵਕਤ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਜੀ, ਇਹ ਉਹਨਾਂ ਨੂੰ ਕਦੇ ਪਾਗਲ ਕਹਿੰਦੇ ਨੇ, ਕਦੇ ਕੁਝ ਬੋਲਦੇ, ਕਦੇ ਕੁਝ ਬੋਲਦੇ ਇਹਨਾਂ ਦੇ ਲੀਡਰ। ਮੋਦੀ ਸਰਕਾਰ ਨੂੰ ਚਾਹੀਦਾ ਨਹੀਂ ਕਿ ਕਿਸਾਨਾਂ ਨਾਲ ਬੈਠ ਕੇ ਹੁਣ ਗੱਲ ਕਰਨੀ ਚਾਹੀਦੀ ਹੈ? ਥੋੜੀ ਜਿਹੀ ਮੈਂ ਇਹਦੇ 'ਚ ਗੱਲ ਬਦਲਣੀ ਚਾਹੁੰਦਾ। ਕਿਸਾਨ ਹੋਂਦ ਦੀ ਲੜਾਈ ਨਹੀਂ ਲੜ ਰਿਹਾ। ਜਿੱਦਣ ਕਿਸਾਨ ਦੀ ਹੋਂਦ ਖਤਮ ਹੋ ਗਈ, ਹਿੰਦੁਸਤਾਨ ਖਤਮ ਹੋ ਜਾਊਗਾ। ਪੰਜਾਬ ਇਜ਼ ਏ ਅਗਰੇਨੀਅਨ ਸਟੇਟ, ਐਗਰੀਕਲਚਰ ਭੂਮੀ ਹੈ, ਹਿੰਦੁਸਤਾਨ ਦੀ ਵੀ ਐਗਰੀਕਲਚਰ ਦੀ ਭੂਮੀ ਹੈ ਔਰ ਇਹਦੀ ਬੈਕਬੋਨ ਜਿਹੜੀ ਹੈਗੀ ਇਕਨੋਮੀ ਦੀ, ਉਹ ਐਗਰੀਕਲਚਰ ਤੇ ਡਿਪੈਂਡ ਕਰਦੀ ਹੈ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਹੈ ਬਈ ਜਿਹੜੀ ਹੋਂਦ ਦੀ, ਇਹਦਾ ਰਿਜ਼ਲਟ ਇਹੀ ਹੈ ਵੀ ਕਿਸਾਨ ਅੱਜ ਹੋਂਦ ਦੀ ਨਹੀਂ, ਆਪਦੇ ਹੱਕ ਦੀ ਲੜਾਈ ਲੜ ਰਿਹਾ। ਇਹਨਾਂ ਦੇ ਰਾਈਟ ਬਣਦੇ ਆ, ਆਪਦੀ ਫਸਲ ਦਾ ਮੁੱਲ ਇਹਨਾਂ ਨੂੰ ਪ੍ਰੋਪਰ ਮਿਲਣਾ ਚਾਹੀਦਾ। ਤੇ ਜਿੱਥੋਂ ਤੱਕ ਅਜੇ ਤੱਕ ਤੁਸੀਂ ਦੇਖੋ ਵੀ ਐਗਰੀਕਲਚਰ ਦੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ, ਅੱਜ ਚਾਹੇ ਮੌਜੂਦਾ ਸਟੇਟ ਸਰਕਾਰਾਂ ਨੇ 2017 'ਚ ਸਰਕਾਰ ਬਣੀ ਹੈ, ਮੈਨੂੰ ਦੱਸ ਦੇਣ ਐਗਰੀਕਲਚਰ ਮਹਿਕਮਾ ਮੁੱਖ ਮੰਤਰੀ ਕੋਲੇ ਕਿੰਨੀਆਂ ਕੁ ਉਹਨਾਂ ਨੇ ਮੀਟਿੰਗਾਂ ਐਗਰੀਕਲਚਰ ਦੇ ਲਈ ਕੀਤੀਆਂ। ਐਗਰੀਕਲਚਰ ਨੂੰ ਲੈ ਕੇ ਕੋਈ ਪਾਲਿਸੀ ਨਹੀਂ ਡਿਵੈਲਪ ਕੀਤੀ ਗਈ, ਨੈਸ਼ਨਲ ਲੈਵਲ ਤੇ ਵੀ ਨਹੀਂ ਹੋਈ, ਸਟੇਟ ਲੈਵਲ ਤੇ ਵੀ ਨਹੀਂ ਹੋਈ। ਸੋ ਉਹਦਾ ਖਮਿਆਜਾ ਅੱਜ ਜਿਹੜਾ ਹੈਗਾ ਹੌਲੀ ਹੌਲੀ ਸਾਰੇ ਹਿੰਦੁਸਤਾਨ ਨੂੰ ਭੁਗਤਣਾ ਪਊਗਾ। ਸੰਘਾ ਸਾਹਿਬ, ਤੁਹਾਨੂੰ ਲੱਗ ਰਿਹਾ ਕਿ ਜਿਹੜੇ ਤੁਹਾਡੀ ਕੇਜਰੀਵਾਲ ਸਰਕਾਰ ਹੈ ਦਿੱਲੀ ਦੇ ਵਿੱਚ, ਮੁੱਖ ਮੰਤਰੀ ਨੇ, ਉਹ ਕਿਸਾਨਾਂ ਦਾ ਜਿਹੜਾ ਸਾਥ ਦੇ ਰਹੇ ਨੇ, ਹਮਾਇਤ ਕਰ ਰਹੇ ਨੇ?
ਦੇਖੋ ਇਹਦੇ 'ਚ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੁੰਦਾ ਗਾ। ਇਹ ਇੱਕ ਫਰਜ਼ ਬਣਦਾ ਹਰੇਕ ਦਾ ਹੀ, ਹਰੇਕ ਸੂਬੇ ਦੇ ਮੁੱਖ ਮੰਤਰੀ ਦਾ ਫਰਜ਼ ਬਣਦਾ, ਕਿਉਂਕਿ ਪ੍ਰੋਟੈਸਟ ਜਿਹੜਾ ਹੈਗਾ ਨੈਸ਼ਨਲ ਲੈਵਲ ਤੇ ਪਹੁੰਚ ਗਿਆ। ਪੰਜਾਬ 'ਚ ਜਿਹੜੀ ਚੰਗਿਆੜੀ ਚੱਲੀ ਸੀ ਉਹ ਹੁਣ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾ। ਹਰੇਕ ਸੂਬੇ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਸਾਥ ਦੇਣਾ ਚਾਹੀਦਾ। ਉਸੇ ਤਰ੍ਹਾਂ ਕੇਜਰੀਵਾਲ ਨੇ ਦਿੱਤਾ, ਕੋਈ ਇਹ ਗੱਲ ਨਹੀਂ। ਹਾਂ, ਜੇ ਕੱਲ ਕਿਤੇ ਉਹਨਾਂ ਤੇ ਮਤਲਬ ਕਿ ਇਸ ਤਰ੍ਹਾਂ ਪੋਲੀਟੀਕਲ ਐਂਗਲ ਤੋਂ ਇਸ ਤਰ੍ਹਾਂ ਘੇਰਿਆ ਗਿਆ ਸੀਗਾ, ਜਦੋਂ ਇਹਨਾਂ ਨੇ ਡਿਮਾਂਡ ਕੀਤੀ ਸੀ ਵੀ ਸਟੇਡੀਅਮਸ ਨੂੰ ਕਨਵਰਟ ਕੀਤਾ ਜਾਵੇ ਟੈਂਪਰੇਰੀ ਜੇਲ੍ਹ ਦੇ ਵਿੱਚ, ਉਹਨਾਂ ਨੇ ਜਵਾਬ ਦਿੱਤਾ। ਇਹਦੇ ਤੋਂ ਬਿਲਕੁਲ ਸਪਸ਼ਟ ਹੁੰਦਾ ਵੀ ਉਹ ਕਿਸਾਨਾਂ ਦੇ ਲਈ, ਹੱਕ ਦੇ ਲਈ ਗੱਲ ਕਰ ਰਹੇ ਆ। ਔਰ ਦਿੱਲੀ ਦੇ ਵਿੱਚ ਆਊਟ ਆਫ ਦੀ ਵੇ ਜਿਹੜੀ ਮਤਲਬ ਕਿ ਸਵਾਮੀਨਾਥਨ ਦਾ ਜੋ ਰੇਟ ਬਣਦਾ ਹੈਗਾ, ਚਾਹੇ ਇੱਥੇ ਨੋ ਡਾਊਟ ਵੀ ਐਗਰੀਕਲਚਰ ਲੈਂਡ ਘੱਟ ਹੈ, ਪਰ ਜਿੰਨੀ ਵੀ ਹੈਗੀ ਹੈ ਉਹਨੂੰ ਸਵਾਮੀਨਾਥਨ ਦੇ ਮੁਤਾਬਕ ਰੇਟ ਦਿੱਤਾ ਜਾ ਰਿਹਾ ਕਿਸਾਨ। ਸਾਡੇ ਨਾਲ ਰੋਪੜ ਤੋਂ ਸਰਪੰਚ ਸਾਹਿਬ ਨੇ ਮੌਜੂਦ, ਉਹਨਾਂ ਨਾਲ ਗੱਲ ਕਰਦੇ ਹਾਂ। ਸਰਪੰਚ ਸਾਹਿਬ, NRI ਵੀਰਾਂ ਦਾ ਜਿਹੜਾ ਇਹ ਕਿਸਾਨਾਂ ਨੂੰ ਕਿੱਦਾਂ ਦਾ ਸਾਥ ਮਿਲ ਰਿਹਾ ਹੈ, ਕਿੱਦਾਂ ਦੇਖਦੇ ਹੋ ਤੁਸੀਂ ਜਿਹੜਾ ਸਾਰਾ ਸੰਘਰਸ਼ ਚੱਲ ਰਿਹਾ, ਅੱਜ ਕਿਸਾਨ ਸੜਕਾਂ ਦੇ ਉੱਪਰ ਬੈਠੇ ਹੋਏ ਨੇ, ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, NRI ਜਿਹੜਾ ਪੰਜਾਬ ਦਾ ਹੈਗਾ ਉਹ ਸਭ ਤੋਂ ਜ਼ਿਆਦਾ, ਅਗਰ ਵਰਲਡ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਉਹ ਵਿਦੇਸ਼ਾਂ ਦੇ ਵਿੱਚ ਬੈਠਾ ਹੈਗਾ। ਜੀ। NRI ਵੀਰਾਂ ਦਾ ਜਿਹੜਾ ਹਮੇਸ਼ਾ ਸਾਥ ਹੈ ਉਹ ਪੰਜਾਬੀਅਤ ਜੀ। ਔਰ ਦੇਸ਼ ਦੇ ਹਿੱਤਾਂ ਦੇ ਵਿੱਚ ਰਿਹਾ ਹੈਗਾ। ਜੀ। ਜੇ ਇਸ ਸਮੇਂ ਅਸੀਂ ਦੇਖੀਏ, ਅਸੀਂ ਰੋਜ਼ ਸੈਂਕੜੇ ਕਾਲਸ, ਸੈਂਕੜੇ ਉਹਨਾਂ ਦੀਆਂ ਵੀਡੀਓਜ਼ ਦੇਖਦੇ ਹਾਂ ਕਿ ਜਿੰਨੇ ਵੀ NRIs ਹੈਗੇ ਨੇ ਉਹ ਸਾਰੇ ਇੱਕੋ ਹੀ ਗੱਲ ਕਹਿ ਰਹੇ ਨੇ ਵੀ ਜਿਹੜਾ ਇਹ ਕਿਸਾਨ ਦੀ ਲੜਾਈ ਹੈ, ਇਹ ਪੰਜਾਬ ਦੀ ਲੜਾਈ ਹੈ, ਇਹ ਹਿੰਦੁਸਤਾਨ ਦੇ ਆਵਾਮ ਦੀ ਲੜਾਈ ਨੂੰ ਇਸ ਵਾਰ ਪਹਿਲੀ ਵਾਰ ਕਿਸਾਨ ਆ ਰਿਹਾ ਲੜਨ। ਜੀ। ਔਰ ਇਹ ਕਿਸਾਨ ਸੱਚੀ ਸੁੱਚੀ ਇਮਾਨਦਾਰੀ ਦੇ ਨਾਲ, ਨੇਕ ਨੀਤੀ ਦੇ ਨਾਲ, ਬਿਨਾਂ ਕਿਤੇ ਰਾਜਨੀਤਿਕ ਸ਼ੰਕੇ ਨੂੰ ਮਨ 'ਚ ਲੈ ਕੇ ਆ ਰਿਹਾ ਹੈਗਾ। ਔਰ ਜਿਹੜੀਆਂ ਸੋ ਕਾਲ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ ਸਟੇਟ 'ਚ ਹੈ, ਚਾਹੇ ਉਹ ਦਿੱਲੀ 'ਚ ਹੈਗੀਆਂ ਨੇ, ਚਾਹੇ ਉਹ ਕੇਂਦਰ ਸਰਕਾਰ ਹੈਗੀ ਹੈ, ਅੱਜ ਉਹਨਾਂ ਦੇ ਹਾਲਾਤ ਇਹ ਹੋ ਗਏ ਨੇ ਵੀ ਉਹਨਾਂ ਨੂੰ ਮਜਬੂਰੀ ਬਸ ਕਿਸਾਨ ਅੰਦੋਲਨ ਦੀ ਲਹਿਰ ਤੋਂ ਹਟ ਕੇ ਚੋਰ ਰਸਤਿਆਂ ਦੇ ਰਾਹੀਂ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਚੋਰ ਰਸਤਿਆਂ ਦੇ ਰਾਹੀਂ ਗ੍ਰਿਫਤਾਰੀਆਂ ਦੇਣੀਆਂ ਪੈ ਰਹੀਆਂ ਨੇ, ਤਾਂ ਕਿ ਉਹਨਾਂ ਨੂੰ ਇੰਨਾ ਕੁ ਕਹਿਣ ਦਾ ਜਜ਼ਬਾ ਆ ਜਾਵੇ ਉਹਨਾਂ ਦੇ ਵਿੱਚ ਵੀ ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ। ਪਰ NRI ਵੀਰਾਂ ਦਾ ਜਿਹੜਾ ਰਵੱਈਆ ਬਹੁਤ ਸਮਾਂ ਪਹਿਲਾਂ ਤੋਂ ਅਸੀਂ ਦੇਖਿਆ ਹੈ, NRI ਵੀਰਾਂ ਨੂੰ ਸਾਰਿਆਂ ਨੂੰ ਹੀ, ਸਾਡਿਆਂ ਨੂੰ ਇਹਨਾਂ ਨੇ ਅੱਤਵਾਦੀ, ਵੱਖਵਾਦੀ ਕਹਿ ਕੇ ਪੁਕਾਰਿਆ ਹੈ। ਉਹੀ NRI ਵੀਰ ਇਸ ਦੇਸ਼ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਇੱਥੋਂ ਜਾਂਦਾ ਹੈ ਜਾਂ ਇੱਥੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਨਾਂ ਦਾ ਮਿਨਿਸਟਰ ਜਾਂਦਾ ਹੈ, ਕੋਈ ਵੀ ਇਹਨਾਂ ਦਾ ਰਾਜਦੂਤ ਜਾਂਦਾ ਹੈ, ਕੋਈ ਵੀ ਡੈਲੀਗੇਸ਼ਨ ਰਾਜਨੀਤਿਕ ਜਾਂਦਾ ਹੈ, ਉਹ ਇਹਨਾਂ ਨੂੰ ਪੂਰਾ ਮਾਣ ਇੱਜ਼ਤ ਦਿੰਦੇ ਨੇ। ਪਰ ਇਹਨਾਂ ਦਾ ਰਵੱਈਆ ਹਮੇਸ਼ਾ ਵੱਖਵਾਦੀ ਰਿਹਾ NRI ਪੰਜਾਬੀ ਵੀਰਾਂ ਦੇ ਨਾਲ। ਹੁਣ ਜਿਹੜਾ ਪਿਛਲੇ 2-3 ਸਾਲਾਂ ਤੋਂ NRIਆਂ ਦਾ ਕਨਸੈਪਟ ਹੈ ਜਿਹੜਾ ਉਹ ਪੰਜਾਬ ਪ੍ਰਤੀ ਬਹੁਤ ਬਦਲਿਆ ਹੈ, ਕਿਉਂਕਿ ਮਾਈਗ੍ਰੇਸ਼ਨ ਜਿਹੜੀ ਹੈ ਨੌਜਵਾਨਾਂ ਦੀ ਬਹੁਤ ਜ਼ਿਆਦਾ ਉੱਥੇ ਹੋਈ ਹੈ। ਉਹਨਾਂ ਨੇ ਪੰਜਾਬ ਨੂੰ ਰਾਜਨੀਤਿਕ ਐਂਗਲ ਤੋਂ ਛੱਡ ਕੇ, ਪਾਰਟੀਆਂ ਦੀਆਂ ਅਹੁਦੇਦਾਰੀਆਂ ਤੋਂ ਛੱਡ ਕੇ ਉਹਨਾਂ ਨੇ ਪੰਜਾਬ ਨੂੰ ਪੰਜਾਬ ਦੇ ਤੌਰ ਤੇ ਦੇਖਣਾ ਸ਼ੁਰੂ ਕਰਿਆ ਹੈ। ਔਰ NRI ਵੀਰਾਂ ਦਾ ਸੋਸ਼ਲ ਮੀਡੀਆ ਦੇ ਨਾਲ, ਵੱਖ-ਵੱਖ ਚੈਨਲਾਂ ਦੇ ਨਾਲ ਜਿਹੜਾ ਸੰਪਰਕ ਆ, ਜਿਹੜਾ ਮੈਸੇਜ ਆ, ਉਹ ਕੰਸਟਰਕਟਿਵ ਔਰ ਪੋਜ਼ਿਟਿਵ ਪਹੁੰਚਿਆ ਕਿਸਾਨਾਂ ਦੇ ਤਾਈਂ ਵੀ ਤੁਸੀਂ ਜਿਹੜੀ ਲੜਾਈ ਹੈ ਉਹ ਆਪਣੀ ਲੜਾਈ ਆਪ ਲੜੋ, ਕਿਸੇ ਵੀ ਸੋ ਕਾਲਡ ਪਾਰਟੀ ਨੂੰ ਤੁਸੀਂ ਆਪਣੇ ਹੱਥ ਨਾ ਦਿਓ। ਇਸ ਕਰਕੇ NRI ਵੀਰ ਜਿਹੜੇ ਆ ਪਿਛਲੇ ਅਸੀਂ 2 ਜਾਂ 3 ਮਹੀਨਿਆਂ ਦੌਰਾਨ ਦੇਖੀਏ, ਵੱਧ ਤੋਂ ਵੱਧ ਡੈਮੋਕ੍ਰੇਸੀ ਵਾਲੇ, ਜਿੱਥੇ ਲੋਕਤੰਤਰਿਕ ਪਰੰਪਰਾਵਾਂ ਬਹੁਤ ਉੱਚੀਆਂ ਨੇ ਭਾਰਤ ਦੀ ਨਿਸਬਤ, ਉਹਨਾਂ ਵੀਰਾਂ ਨੇ ਪ੍ਰਦੇਸ਼ਾਂ ਦੇ ਵਿੱਚ ਬੈਠ ਕੇ ਸਾਡੀ ਪੰਜਾਬੀਅਤ ਦੀ ਲੜਾਈ, ਸਾਡੀ ਖੇਤੀ ਦੀ ਲੜਾਈ ਲਈ ਬਹੁਤ ਵੱਡਾ ਸੰਘਰਸ਼ ਕੀਤਾ ਹੈ। ਐਸੇ ਸੰਘਰਸ਼ ਅਸੀਂ ਆਜ਼ਾਦੀ ਦੇ ਮੁੱਢਲੇ ਦੌਰ ਦੇ ਵਿੱਚ 1890 ਤੋਂ ਲੈ ਕੇ 1930-35 ਜਦੋਂ ਤੱਕ ਆਇਆ ਹੈਗਾ, ਜਦੋਂ ਤੱਕ ਭਾਰਤ ਛੱਡੋ ਅੰਦੋਲਨ ਨਹੀਂ ਆਇਆ, ਸੈਕੰਡ ਵਰਲਡ ਵਾਰ ਨਹੀਂ ਆਈ, ਐਸੇ ਅੰਦੋਲਨ ਉੱਥੋਂ ਚੱਲੇ ਸੀ ਤੇ ਲਗਭਗ 70-80 ਸਾਲਾਂ ਬਾਅਦ ਇਤਿਹਾਸ ਨੇ ਆਪਣੇ ਆਪ ਨੂੰ ਦੁਬਾਰੇ ਰਿਪੀਟ ਕੀਤਾ ਹੈਗਾ। ਤੇ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ NRI ਹੈਗਾ ਉਹ ਬਹੁਤ ਕੰਸਟਰਕਟਿਵ ਮੈਸੇਜ ਜਿਹੜਾ ਦੇ ਰਿਹਾ ਹੈਗਾ। ਇਹ ਪਰੰਪਰਾਵਾਂ ਜਿਹੜੀਆਂ ਇਹਨਾਂ ਨੇ ਚਾਲੂ ਕੀਤੀਆਂ, ਲੋਕਤੰਤਰਿਕ ਪਰੰਪਰਾਵਾਂ, ਇਹਨਾਂ ਦੇ ਮੁਤਾਬਿਕ ਲੋਕਤੰਤਰਿਕ ਸੀਗੀਆਂ। ਕਾਂਗਰਸ ਨੇ ਬਹੁਤ ਲੰਮਾ ਸਮਾਂ ਇਸ ਮੁਲਕ ਤੇ ਰਾਜ ਕੀਤਾ। ਸਾਡੇ ਜਿਹੜੇ ਜ਼ਿਮੀਂਦਾਰ ਸੀ, ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਸੀਗੀਆਂ, ਉਹ ਬਹੁਤ ਸੀਮਤ ਆਪਣੇ ਹੱਕਾਂ ਦੀ ਲੜਾਈ ਤੱਕ ਸੀਗੀਆਂ। ਲੇਕਿਨ ਬਾਅਦ ਦੇ ਵਿੱਚ ਕਾਂਗਰਸ ਨੂੰ ਦੇਖਦੇ ਹੋਏ, ਕਾਂਗਰਸ ਦੇ ਨਾਲ ਗੰਢ ਧੁੱਪ ਹੁੰਦੇ ਹੋਏ, ਪਰਿਵਾਰਵਾਦ ਦੀ ਐਸੀ ਲਹਿਰ ਸਾਡੇ ਇਸ ਮੁਲਕ ਦੇ ਵਿੱਚ ਚੱਲੀ ਜਿਹਨੇ ਸਾਨੂੰ ਸਮੰਤਵਾਦੀ ਢਾਂਚਾ ਜਿਹੜਾ ਇੱਥੇ ਇਸ ਮੁਲਕ ਦੇ ਵਿੱਚ ਖੜਾ ਕਰ ਦਿੱਤਾ। ਔਰ ਉਸ ਸਮੰਤਵਾਦੀ ਢਾਂਚੇ ਦੇ ਵਿੱਚ ਜਿੰਨੇ ਵੀ ਜਿਹੜੇ ਇੰਡਸਟਰੀਅਲਿਸਟ ਸੀਗੇ, ਕਾਰਪੋਰੇਟ ਘਰਾਣੇ ਸੀਗੇ, ਜੋ ਇਹਨਾਂ ਨੇ ਸਮਝੌਤੇ ਵਰਲਡ ਲੈਵਲ ਤੇ ਕੀਤੇ, ਹਿੰਦੁਸਤਾਨ ਦੀ ਇਕਨੋਮੀ ਨੂੰ ਮਾਰ ਕੇ ਕੀਤੇ, ਹਿੰਦੁਸਤਾਨ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਇਕਨੋਮਿਕ ਸਿਸਟਮ ਸੀਗਾ ਉਹਨੂੰ ਖਤਮ ਕਰਕੇ ਕੀਤੇ, ਉਹਨਾਂ ਦੇ ਨਾਲ ਜਿਹੜਾ ਕਾਰਪੋਰੇਟ ਘਰਾਣਿਆਂ ਦਾ
ਵਹਾਅ ਹੈ ਜਿਹੜਾ ਉਹ ਸਰਕਾਰਾਂ ਦੇ ਉੱਤੇ ਦਬਾਅ ਤੇ ਵਧਿਆ। ਤਾਂ ਅਸੀਂ ਪਿਛਲੀ ਵਾਰ ਦੇਖਦੇ ਹਾਂ ਜਦੋਂ UPA 1 ਔਰ 2 ਸੀਗੀ, ਇਹਨਾਂ ਨੇ ਪਿਓਰ ਇੰਡਸਟਰੀਅਲਿਸਟ ਮੁਕੇਸ਼ ਅੰਬਾਨੀ ਪਰਿਵਾਰ, ਦੂਸਰੇ ਜਿਹੜੇ ਮਾਲੀਆ ਸਾਹਿਬ ਭੱਜ ਗਏ, ਵਿਜੇ ਮਾਲੀਆ ਜੀ, ਇਹਨਾਂ ਲੋਕਾਂ ਨੂੰ ਰਾਜ ਸਭਾ ਦੇ ਮੈਂਬਰ ਲਾਇਆ, ਐਕਟਰਸ ਨੂੰ ਰਾਜ ਸਭਾ ਦੇ ਮੈਂਬਰ ਲਾਇਆ, ਨੌਨ ਸੀਰੀਅਸ ਨੌਨ ਪੋਲੀਟੀਸ਼ੀਅਨ ਲੋਕਾਂ ਨੂੰ ਜਿਨ੍ਹਾਂ ਨੂੰ ਜਮਹੂਰੀ ਹੱਕਾਂ ਦਾ ਕੁਝ ਨਹੀਂ ਪਤਾ, ਉਹਨਾਂ ਨੂੰ ਇਹ ਰਾਜ ਸਭਾ ਦੇ ਉੱਚ ਸਦਨ 'ਚ ਲੈ ਕੇ ਆਏ। ਇਸ ਤਰ੍ਹਾਂ ਦਾ ਦਬਾਅ ਇਹਨਾਂ ਨੇ ਖੇਤਰੀ ਪਾਰਟੀਆਂ ਤੇ ਵੀ ਬਣਿਆ, ਕਿਉਂਕਿ ਖੇਤਰੀ ਪਾਰਟੀਆਂ ਨੇ ਕਾਂਗਰਸ ਨੂੰ ਦੇਖਦੇ ਹੋਏ, BJP ਨੂੰ ਦੇਖਦੇ ਹੋਏ, ਜਾਂ ਹੋਰ ਜਿਹੜੀਆਂ ਪਾਰਟੀਆਂ ਸੀਗੀਆਂ ਜਿਵੇਂ ਸਮਾਜਵਾਦੀ ਪਾਰਟੀ ਹੈਗੀ ਆ, ਅਕਾਲੀ ਦਲ ਹੈਗੀ ਆ, ਇਹਨਾਂ ਦੇ ਵਿੱਚ ਵੀ ਪਰਿਵਾਰਵਾਦ ਦਾ ਦੌਰ ਚਲੇ ਗਿਆ। ਉੱਥੇ ਕਿਤੇ ਨਾ ਕਿਤੇ ਜਿਹੜੀ ਅਸਲੀ ਡੈਮੋਕ੍ਰੇਸੀ ਸੀ, ਸਾਡੀ ਲੋਕਤੰਤਰਿਕ ਲੋਕਸ਼ਾਹੀ ਆਉਣੀ ਸੀ, ਉਹ ਉੱਥੇ ਕਿਤੇ ਨਾ ਕਿਤੇ ਬਹੁਤ ਪਿੱਛੇ ਚਲੇ ਗਈ ਆ, ਜਿਹਦਾ ਕਿ ਹੁਣ ਇਸ ਯੁੱਗ ਦੇ ਵਿੱਚ ਕਿਸਾਨਾਂ ਨੇ ਜਿਹਨੂੰ ਕਿ ਖਤਮ ਕੀਤਾ ਹੈਗਾ। ਅੱਜ ਦਾ ਅਸੀਂ ਅਗਰ ਪੰਜਾਬ ਦਾ ਮਾਹੌਲ ਦੇਖਦੇ ਹਾਂ ਤਾਂ ਪੰਜਾਬ ਤੋਂ ਚੱਲੀ ਹੋਈ ਜਿਹੜੀ ਲਹਿਰ ਹੈ, ਜਿਵੇਂ ਬੰਕੇ ਬਿਹਾਰੀ ਦਾ ਗੀਤ ਸੀ ਵੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਅੱਜ ਜਿਹੜੀ ਪੰਜਾਬ ਤੋਂ ਚੱਲੀ ਹੋਈ ਲਹਿਰ ਹੈ ਉਹ ਹਰਿਆਣੇ ਦੇ ਵਿੱਚ ਵੀ ਆ ਗਈ ਹੈ। ਹਰਿਆਣਾ ਸਾਡਾ ਛੋਟਾ ਭਰਾ ਹੈਗਾ। ਅਗਰ ਰਮਾਇਣ ਦੇ ਵਿੱਚ ਰਾਮ ਨੇ ਕੋਈ ਲੜਾਈ ਜਿੱਤੀ ਸੀ, ਘੱਟ ਗਿਆਨੀ ਘੱਟ ਯੋਧਾ ਹੋਣ ਦੇ ਬਾਵਜੂਦ ਵੀ, ਉਹ ਇਸ ਕਰਕੇ ਜਿੱਤੀ ਸੀ ਵੀ ਉਹਦਾ ਭਰਾ ਉਹਦੇ ਨਾਲ ਸੀ। ਤੇ ਅੱਜ ਸਾਡਾ ਪੰਜਾਬ ਹੈ, ਹਰਿਆਣੇ ਦਾ ਜਿਹੜਾ ਰੋਲ ਹੈਗਾ ਛੋਟੇ ਭਰਾ ਦਾ ਸੀ, ਹਰਿਆਣਾ ਸਾਡੇ ਨਾਲ ਆ ਗਿਆ। ਹਰਿਆਣੇ ਦੀ ਸਰਕਾਰ BJP ਭਾਵੇਂ ਸਾਡੇ ਡਟ ਕੇ ਖਿਲਾਫ ਰਹੀ ਹੈ, ਉਹਨੇ ਸਾਨੂੰ ਮੁਗਲ ਸਮਾਂ ਯਾਦ ਕਰਾਇਆ ਹੈ, ਪਰ ਜਿਹੜਾ ਰੋਲ ਹਰਿਆਣੇ ਦੇ ਲੋਕਾਂ ਨੇ, ਹਰਿਆਣੇ ਦੀ ਆਵਾਮ ਨੇ, ਹਰਿਆਣੇ ਦੇ ਨੌਜਵਾਨਾਂ ਨੇ ਅਦਾ ਕੀਤਾ ਛੋਟੇ ਭਰਾ ਵਾਲਾ, ਉਹ ਸਾਨੂੰ ਔਰ ਸਾਡੇ ਪੰਜਾਬ ਦੀ ਲੜਾਈ ਨੂੰ ਵੱਡੇ ਪੱਧਰ ਤੇ ਲੈ ਗਿਆ। ਤੇ ਵੈਸਟਰਨ UP ਔਰ ਤਾਮਿਲਨਾਡੂ ਔਰ ਹੈਦਰਾਬਾਦ ਦੇ ਵਿੱਚ ਉੱਥੋਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ, ਕਿਸਾਨਾਂ ਦਾ ਪ੍ਰੋਟੈਸਟ ਹੈਗਾ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਹੈ। ਔਰ ਦਿੱਲੀ ਨੂੰ ਜੋ ਇਹਨਾਂ ਨੇ ਇੱਕ ਰਣਨੀਤੀ ਅਪਣਾਈ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਐਂਟਰ ਨਹੀਂ ਹੋਣ ਦੇਵਾਂਗੇ, ਵੱਡੇ ਹੰਕਾਰੀ ਪੱਧਰ ਤੇ ਰਣਨੀਤੀ ਅਪਣਾਈ ਸੀ, ਉਹ ਹੰਕਾਰ ਇਹਨਾਂ ਦਾ ਕੱਲ ਚਕਨਾਚੂਰ ਹੋ ਗਿਆ ਹੈ। ਤੇ ਮੁੜ ਕੇ ਅੱਜ ਦਿੱਲੀ ਦੇ ਵਿੱਚ ਇਹ ਮਿੰਨਤਾਂ ਕਰ ਰਹੇ ਨੇ ਵੀ ਭਾਈ ਕਿਸੇ ਵੀ ਤਰ੍ਹਾਂ ਆ ਕੇ ਤੁਸੀਂ ਦਿੱਲੀ ਬਰਗਾੜੀ ਦੇ ਵਿੱਚ ਆ ਕੇ ਬੈਠੋ ਤਾਂ ਕਿ ਉੱਥੇ ਤੁਸੀਂ ਪ੍ਰੋਟੈਸਟ ਕਰ ਸਕੋ। ਪਰ ਕਿਸਾਨ ਜਥੇਬੰਦੀਆਂ ਨੇ ਬਹੁਤ ਸੋਚੀ ਸਮਝੀ ਰਣਨੀਤੀ ਔਰ ਸੂਝਵਾਨ ਤਰੀਕੇ ਨੂੰ ਅਪਣਾਉਂਦੇ ਹੋਏ ਚਾਰੇ ਪਾਸਿਓਂ ਜਿਹੜਾ ਦਿੱਲੀ ਹੈ, ਦਿੱਲੀ ਨੂੰ ਘੇਰ ਰੱਖਿਆ ਹੈਗਾ। ਔਰ ਕੇਂਦਰ ਸਰਕਾਰ ਨੂੰ ਤੁਰੰਤ ਪ੍ਰਭਾਵ ਤੋਂ ਜਿਹੜੇ ਇਹ 3 ਕਾਲੇ ਕਾਨੂੰਨ ਹੈ ਇਹ ਸਸਪੈਂਡ ਕਰਨੇ ਚਾਹੀਦੇ ਹੈ, ਔਰ ਇਮੀਡੀਏਟਲੀ ਟਾਈਮ ਬਾਉਂਡ ਕਰਕੇ ਸਪੈਸ਼ਲ ਸੈਸ਼ਨ ਬੁਲਾ ਕੇ ਜਿਹੜੀ MSP ਹੈ ਔਰ ਸਰਕਾਰੀ ਖਰੀਦ ਹੈ ਇਹਨੂੰ ਲੀਗਲਾਈਜ਼ ਕਰਨਾ ਚਾਹੀਦਾ ਹੈ। ਔਰ ਜਿਹੜੀ ਸਵਾਮੀਨਾਥਨ ਰਿਪੋਰਟ ਹੈਗੀ ਹੈ ਉਹਦੀਆਂ ਜਿੰਨੀਆਂ 22 ਤੋਂ 24 ਫਸਲਾਂ ਨੇ ਉਹਨਾਂ ਦੀ ਖਰੀਦ ਜਿਹੜੀ ਹੈ ਉਹ ਸਰਕਾਰੀ ਨਿਸ਼ਚਿਤ ਕਰਨੀ ਚਾਹੀਦੀ ਹੈ। ਜੀ ਅਖੀਰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਪੂਰਾ ਜਿਹੜਾ ਮੈਂ ਭਾਰਤ ਦੇ ਔਰ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਪਿਛਲੇ ਲੰਮੇ ਸਮੇਂ ਤੋਂ ਖਾਸ ਕਰ ਉੱਤਰ ਭਾਰਤ ਦੇ ਵਿੱਚ ਔਰ ਜ਼ਿਆਦਾਤਰ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਗਿਆ ਸੀ। ਨੌਜਵਾਨ ਪੀੜ੍ਹੀ ਨੇ ਇਹ ਫਲਸਫਾ ਖਤਮ ਕਰ ਦਿੱਤਾ ਹੈ। ਅਸੀਂ ਨਸ਼ੇੜੀ ਨਹੀਂ, ਅਸੀਂ ਹਰੀ ਸਿੰਘ ਨਲੂਏ ਦੀ ਔਲਾਦ ਹਾਂ। ਅਸੀਂ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੇ ਵਾਰਿਸ ਹਾਂ। ਅਸੀਂ ਉਹ ਵਿਅਕਤੀ ਹਾਂ ਜਿਨ੍ਹਾਂ ਨੇ ਆਜ਼ਾਦ ਹਿੰਦ ਫੌਜ ਬਣਾ ਕੇ ਇਸ ਮੁਲਕ ਦੇ ਵਿੱਚੋਂ ਗੋਰੇ ਅੰਗਰੇਜ਼ਾਂ ਨੂੰ ਕੱਢਿਆ ਸੀਗਾ। ਆ ਕਾਲੇ ਅੰਗਰੇਜ਼ਾਂ ਨੂੰ ਕੱਢਣ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਜਜ਼ਬਾ ਹੈ ਇਹ ਪੂਰੇ ਦੇਸ਼ ਦੇ ਵਿੱਚ ਫੈਲੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ, ਚਾਹੇ ਉਹ ਪੰਜਾਬ ਦੀ ਰਾਜਨੀਤੀ ਹੋਵੇ, ਚਾਹੇ ਦੇਸ਼ ਦੀ ਰਾਜਨੀਤੀ ਹੋਵੇ, ਉਹਦੇ ਵਿੱਚ ਵੱਡੇ ਪੱਧਰ ਤੇ ਬਦਲਾਅ ਆਏਗਾ। ਔਰ ਮੈਂ ਨਿੱਜੀ ਤੌਰ ਤੇ ਜਿੰਨਾ ਅਨੁਭਵ ਕਰਿਆ ਕਿ ਅਗਰ ਕਿਸਾਨ ਜਥੇਬੰਦੀਆਂ ਆਪਣਾ ਡੰਡਾ ਔਰ ਝੰਡਾ ਪੈਦਾ ਕਰ ਲੈਣ ਇਕੱਠੀਆਂ ਹੋ ਕੇ, ਤਾਂ ਕੋਈ ਮੁਸ਼ਕਲ ਨਹੀਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾ ਸਕੀਏ। ਕਿਉਂਕਿ ਇਤਿਹਾਸ ਗਵਾਹ ਹੈ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਤਾਂ ਸਿੱਖ ਰਾਜ ਕਾਇਮ ਕੀਤਾ ਸੀਗਾ। ਤੇ ਅੱਜ ਦੇ ਸਮੇਂ ਵਿੱਚ ਸਾਡੇ ਕੋਲ ਸਾਰੇ ਸਾਧਨ ਸੰਸਾਧਨ, NRI ਵੀਰ ਸਾਡੀ ਸਪੋਰਟ ਤੇ ਨੇ, ਦੇਸ਼ ਦੀਆਂ ਹੋਰ ਖੇਤਰੀ ਪਾਰਟੀਆਂ ਸਾਡੀ ਸਪੋਰਟ ਤੇ ਨੇ। ਤੇ ਅਸੀਂ ਪੰਜਾਬ ਦੇ ਹਿੱਤਾਂ ਨੂੰ ਅਗਰ ਅੱਗੇ ਲੈ ਕੇ ਜਾਣਾ ਹੈਗਾ, ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨਾ ਹੈਗਾ, ਸੂਬਿਆਂ ਦੀ ਖੁਦ ਮੁਖਤਿਆਰੀ ਦੀ ਲੜਾਈ ਜਿਹੜੀ ਕਿ ਬਹੁਤ ਪਿੱਛੇ ਰਹਿ ਗਈ ਹੈ ਉਹਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਤਾਂ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਔਰ ਜਿਹੜੀ ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਹੈਗਾ ਉਹਨੇ ਬਿਲਕੁਲ ਤਬਦੀਲ ਕਰ ਦਿੱਤਾ ਹੈਗਾ ਇਹਨੂੰ। ਸਾਡੀਆਂ ਅਸੀਂ ਦੇਖੀਆ 16 ਤੋਂ ਲੈ ਕੇ 16 ਸਾਲ ਦਾ ਬੱਚਾ ਵੀ, 18 ਸਾਲ ਦਾ ਵੀ ਤੇ 90 ਸਾਲ ਦੇ ਬਜ਼ੁਰਗ ਵੀ ਆ ਗਿਆ ਇਸ ਸੰਘਰਸ਼ ਦੇ ਵਿੱਚ। ਸਾਡੀਆਂ 4-5 ਪੀੜ੍ਹੀਆਂ ਇਕੱਠੀਆਂ ਇਸ ਸੰਘਰਸ਼ ਨੂੰ ਅੱਗੇ ਲੈ ਕੇ ਚੱਲ ਰਹੀਆਂ ਨੇ। ਤੇ ਇਹ ਪੋਜ਼ਿਟਿਵਿਟੀ ਬਹੁਤ ਵੱਡੀ ਪੋਜ਼ਿਟਿਵਿਟੀ ਆ। ਔਰ ਕਿਸਾਨ ਜਿਹੜੇ ਆ ਪੰਜਾਬ ਦੀ ਔਰ ਦੇਸ਼ ਦੀ ਰਾਜਨੀਤੀ ਨੂੰ ਬਿਲਕੁਲ ਡੈਮੋਕ੍ਰੈਟਿਕ ਤਰੀਕੇ ਨਾਲ ਅੱਗੇ ਜਾਣ ਦੇ ਲਈ ਬਹੁਤ ਸਮਰੱਥ ਨੇ। ਜੀ
ਇਹ ਸਨ ਸਾਡੇ ਨਾਲ ਇਹ ਨੌਜਵਾਨ ਜਿਹੜੇ ਕਿ ਰੋਪੜ ਤੋਂ ਆਏ ਹੋਏ ਸਨ ਔਰ ਇਹਨਾਂ ਨੇ ਆਪੋ ਆਪਣੇ ਵਿਚਾਰ ਦੱਸਿਆ ਕਿ ਕਿਸਾਨ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਉਹ ਸਹੀ ਲੜ ਰਹੇ ਨੇ ਔਰ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੇ ਨਾਲ ਬੈਠ ਕੇ ਜਿਹੜਾ ਗੱਲਬਾਤ ਕਰਕੇ ਇਹ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਸਿੰਘੂ ਬਾਰਡਰ ਤੋਂ ਸੁਖ ਗਿੱਲ, ਪੰਜਾਬੀ ਲੋਕ ਚੈਨਲ।